ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 5th ਇੰਗਲਿਸ਼ ਦਾ ਲੈਸਨ ਨੰਬਰ 8 ਅ ਗਲਿੰਪਸ ਫਰੋਮ ਹਿਸਟਰੀ, ਇਤਿਹਾਸ ਦੀ ਇੱਕ ਝਲਕ 1857 ਐਂਡ ਆਫਟਰ 1857 ਅਤੇ ਇਸ ਤੋਂ ਬਾਅਦ। ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਪਹਿਲਾਂ ਅਸੀਂ ਚੈਪਟਰ ਨੂੰ ਪੜਾਂਗੇ, ਸਮਝਾਂਗੇ ਤੇ ਉਸ ਤੋਂ ਬਾਅਦ ਇਸੇ ਕੁਐਸਚਨ ਆਨਸਰਸ ਕਰਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼। ਇਸ ਤਰ੍ਹਾਂ ਦੇ ਹੋਰ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਿੱਖਦੇ ਹਾਂ ਨਵੇਂ ਸ਼ਬਦ ਗਲਿੰਪਸ। ਗਲਿੰਪਸ ਦਾ ਅਰਥ ਹੁੰਦਾ ਹੈ ਝਲਕ। ਅਟੇਨ ਪ੍ਰਾਪਤ ਕਰਨਾ, ਇੰਡੀਪੈਂਡੈਂਸ ਆਜ਼ਾਦੀ, ਕੈਨਨ ਤੋਪ, ਆਰਡੀਨਰੀ ਆਮ ਜਾਂ ਸਧਾਰਨ, ਡਿਸਕਰੇਜ ਨਿਰਾਸ਼, ਸਪੈਕਟੇਟਰ ਦਰਸ਼ਕ, ਸਟੈਚਰ ਕੱਦ, ਪ੍ਰੀ ਰੀਡਿੰਗ ਪਾਠ ਪੜ੍ਹਨ ਤੋਂ ਪਹਿਲਾਂ। ਵੈਨ ਡਿਡ ਇੰਡੀਆ ਗੈਟ ਇੰਡੀਪੈਂਡੈਂਸ ਭਾਰਤ ਨੂੰ ਆਜ਼ਾਦੀ ਕਦੋਂ ਮਿਲੀ? 15 ਅਗਸਤ 1947 15 ਅਗਸਤ 1947। ਕੈਨ ਯੂ ਨੇਮ ਸਮ ਫਰੀडम ਫਾਈਟਰਸ ਆਫ ਇੰਡੀਆ? ਕੀ ਤੁਸੀਂ ਕੁਝ ਸੁਤੰਤਰਤਾ ਸੰਗਰਾਮੀਆਂ ਦੇ ਨਾਂ ਦੱਸ ਸਕਦੇ ਹੋ? ਤੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਰਾਜਗੁਰੂ, ਸੁਖਦੇਵ, ਝਾਂਸੀ ਦੀ ਰਾਣੀ। ਹੈਵ ਯੂ ਐਵਰ ਹਰਡ ਅਬਾਊਟ ਕੂਕਾ ਮੂਵਮੈਂਟ? ਕੀ ਤੁਸੀਂ ਕੂਕਾ ਲਹਿਰ ਦੇ ਬਾਰੇ ਕਦੇ ਸੁਣਿਆ? ਤੇ ਸਾਨੂੰ ਇਸ ਦਾ ਆਨਸਰ ਕਮੈਂਟ ਬਾਕਸ ਵਿੱਚ ਦੱਸੋ ਤੇ ਅਸੀਂ ਪਾਠ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। The year 1857 was not an ordinary year. 1857 ਦਾ ਸਾਲ ਕੋਈ ਆਮ ਸਾਲ ਨਹੀਂ ਸੀ। The people of India everywhere were angry with the British rule. ਹਰ ਪਾਸੇ ਭਾਰਤ ਦੇ ਲੋਕ ਅੰਗਰੇਜ਼ੀ ਹਕੂਮਤ ਤੋਂ ਨਿਰਾਸ਼ ਸਨ। They were burning with a desire to throw the British rulers out of India and attain independence. ਉਹ ਅੰਗਰੇਜ਼ੀ ਹਾਕਮਾਂ ਨੂੰ ਭਾਰਤ ਤੋਂ ਬਾਹਰ ਕੱਢਣਾ ਅਤੇ ਭਾਰਤ ਨੂੰ ਆਜ਼ਾਦੀ ਦਿਵਾਉਣਾ ਚਾਹੁੰਦੇ ਸਨ। The British government was very powerful. ਅੰਗਰੇਜ਼ ਸਰਕਾਰ ਬਹੁਤ ਪਾਵਰਫੁਲ ਸੀ। But this did not discourage the fighters for freedom. ਪਰ ਇਸ ਨੇ ਆਜ਼ਾਦੀ ਲਈ ਲੜਨ ਵਾਲਿਆਂ ਨੂੰ ਨਿਰਾਸ਼ ਨਹੀਂ ਕੀਤਾ। They were out on the path of revolt, struggle and war. ਉਹ ਬਗਾਵਤ, ਸੰਘਰਸ਼ ਅਤੇ ਜੰਗ ਦੇ ਰਸਤੇ ਜਾ ਚੁੱਕੇ ਸਨ। ਸਤਿਗੁਰੂ ਸ਼੍ਰੀ ਰਾਮ ਸਿੰਘ ਜੀ, born and educated at ਭੈਣੀ ਸਾਹਿਬ, ਪੰਜਾਬ, was not a silent spectator. ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਦਾ ਜਨਮ ਅਤੇ ਉਹਨਾਂ ਦੀ ਪੜ੍ਹਾਈ ਭੈਣੀ ਸਾਹਿਬ, ਪੰਜਾਬ ਵਿਖੇ ਹੋਈ ਸੀ, ਉਹ ਚੁੱਪ ਕਰਕੇ ਬੈਠਣ ਵਾਲੇ ਨਹੀਂ ਸਨ। He organized a group of his followers. ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਸੰਗਠਿਤ ਕੀਤਾ। He formed a party known as ਸੰਤ ਖਾਲਸਾ। ਉਹਨਾਂ ਨੇ ਇੱਕ ਪਾਰਟੀ ਬਣਾਈ ਜਿਸ ਦਾ ਨਾਂ ਸੀ ਸੰਤ ਖਾਲਸਾ। This sect later developed into the great historic Kuka movement of the Namdhari Sikhs. ਤੇ ਇੱਥੇ ਇੱਕ ਵਰਡ ਯੂਜ਼ ਹੋਇਆ ਸੈਕਟ, SECT, ਤੇ ਇਸ ਦਾ ਅਰਥ ਹੁੰਦਾ ਗਰੁੱਪ ਆਫ ਪੀਪਲ ਹੈਵਿੰਗ ਪਰਟੀਕੂਲਰ ਸੈਟ ਆਫ ਰਿਲੀਜੀਅਸ ਔਰ ਪੋਲੀਟੀਕਲ ਬਿਲੀਵਸ। ਅਜਿਹੇ ਲੋਕਾਂ ਦਾ ਗਰੁੱਪ, ਅਜਿਹੇ ਲੋਕਾਂ ਦਾ ਇਕੱਠ ਜਿਨ੍ਹਾਂ ਦੇ ਰਿਲੀਜੀਅਸ, ਧਾਰਮਿਕ ਅਤੇ ਪੋਲੀਟੀਕਲ ਰਾਜਨੀਤਿਕ ਬਿਲੀਵਸ ਇੱਕੋ ਜਿਹੇ ਹੋਏ। ਇਹ ਬਾਅਦ ਵਿੱਚ ਮਹਾਨ ਇਤਿਹਾਸਿਕ ਨਾਮਧਾਰੀ ਸਿੱਖਾਂ ਦੀ ਕੂਕਾ ਲਹਿਰ ਵਿੱਚ ਵਿਕਸਿਤ ਹੋਈ। In 1872, the Kuka Sikhs attacked Malerkotla, where Mr. Cowen was the British officer in charge of the town. 1872 ਈਸਵੀ ਵਿੱਚ ਕੂਕੇ ਸਿੱਖਾਂ ਨੇ ਮਲੇਰਕੋਟਲਾ ਵਿਖੇ ਅਟੈਕ ਕੀਤਾ ਤੇ ਉਸ ਸ਼ਹਿਰ ਦਾ ਇੰਚਾਰਜ ਸੀਗਾ ਬ੍ਰਿਟਿਸ਼ ਆਫੀਸਰ ਮਿਸਟਰ ਕੋਵਨ। After the attack on Malerkotla, 66 Kuka Sikhs surrendered themselves. Surrendered themselves ਦਾ ਮਤਲਬ ਹੁੰਦਾ ਆਤਮ ਸਮਰਪਣ ਕੀਤਾ। ਅਟੈਕ ਤੋਂ ਬਾਅਦ 66 ਕੂਕੇ ਸਿੱਖਾਂ ਨੇ ਆਤਮ ਸਮਰਪਣ ਕੀਤਾ। ਕੋਵਨ ਵਾਜ਼ ਅ ਵੈਰੀ ਕਰੂਅਲ ਐਂਡ ਹਾਰਟਲੈਸ ਆਫਿਸਰ। ਕੋਵਨ ਇੱਕ ਜ਼ਾਲਮ ਅਤੇ ਨਿਰਦਈ ਅਫਸਰ ਸੀ। ਹੀ ਆਰਡਰਡ ਡੈਟ ਆਲ ਥੀਸ ਕੂਕਾ ਸਿੱਖਸ ਬੀ ਬਲੋਨ ਆਫ ਵਿਦ ਦ ਹੈਲਪ ਆਫ ਕੈਨਨਸ। ਕੈਨਨਸ ਦਾ ਅਰਥ ਹੁੰਦਾ ਤੋਪ। ਉਸਨੇ ਹੁਕਮ ਦਿੱਤਾ ਕਿ ਕੂਕੇ ਸਿੱਖਾਂ ਨੂੰ ਤੋਪ ਦੀ ਮਦਦ ਦੇ ਨਾਲ ਉਡਾ ਦਿੱਤਾ ਜਾਵੇ। The Kuka Sikhs bravely faced cannon fires on their chests. ਕੂਕੇ ਸਿੱਖਾਂ ਨੇ ਬਹੁਤ ਹੀ ਬਹਾਦਰੀ ਨਾਲ ਤੋਪ ਦੇ ਗੋਲਿਆਂ ਦਾ ਸਾਹਮਣਾ ਆਪਣੀ ਛਾਤੀ ਤੇ ਕੀਤਾ। They sacrificed their lives for the sake of the freedom of their motherland. ਉਹਨਾਂ ਨੇ ਆਪਣੀ ਮਾਤ ਭੂਮੀ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। One Namdhari Sikh named Varyam Singh from village Mehraj, district Bhatinda, was too short in stature to reach the level of the cannon's mouth. ਇੱਕ ਨਾਮਧਾਰੀ ਸਿੱਖ ਜਿਸ ਦਾ ਨਾਮ ਵਰਿਆਮ ਸਿੰਘ ਸੀ, ਜੋ ਕਿ ਪਿੰਡ ਮਹਿਰਾਜ, ਡਿਸਟ੍ਰਿਕਟ ਬਠਿੰਡਾ ਤੋਂ ਸੀ, ਤੇ ਉਸਦਾ ਕੱਦ ਇੰਨਾ ਛੋਟਾ ਸੀ ਕਿ ਉਹ ਤੋਪ ਦੇ ਮੂੰਹ ਤੱਕ ਨਹੀਂ ਸੀ ਪਹੁੰਚ ਰਿਹਾ।
He was so brave that he collected some pebbles and stood upon them and challenged the British officer to fire. ਉਹ ਇੰਨਾ ਬਹਾਦਰ ਸੀ ਕਿ ਉਸਨੇ ਕੁਝ ਪੱਥਰ ਇਕੱਠੇ ਕੀਤੇ ਅਤੇ ਪੱਥਰਾਂ ਦੇ ਉੱਪਰ ਖੜਾ ਹੋ ਗਿਆ ਤੇ ਬ੍ਰਿਟਿਸ਼ ਅਫਸਰ ਨੂੰ ਚੁਣੌਤੀ ਦਿੱਤੀ ਕਿ ਹੁਣ ਤੋਂ ਤੋਪ ਚਲਾ. Another boy, Bishan Singh from village Rad, district Mansa, was 12 years old. ਇੱਕ ਹੋਰ ਮੁੰਡਾ ਜਿਸ ਦਾ ਨਾਂ ਸੀ ਬਿਸ਼ਨ ਸਿੰਘ, ਜਿਸ ਦਾ ਪਿੰਡ ਸੀ ਰੜ, ਜ਼ਿਲ੍ਹਾ ਸੀ ਮਾਨਸਾ, ਉਹ 12 ਸਾਲਾਂ ਦਾ ਸੀ. He was cut to pieces because he caught hold of beard of the British officer Mr. Covain. ਉਸਦੇ ਸਰੀਰ ਦੇ ਟੁਕੜੇ ਕਰ ਦਿੱਤੇ ਗਏ ਕਿਉਂਕਿ ਉਸਨੇ ਬ੍ਰਿਟਿਸ਼ ਆਫਿਸਰ ਮਿਸਟਰ ਕੋਵੇਨ ਦੀ ਦਾੜੀ ਫੜ ਲਈ ਸੀ. Such was the great spirit of these fighters for freedom. ਆਜ਼ਾਦੀ ਲਈ ਇਸ ਤਰ੍ਹਾਂ ਦੀ ਮਹਾਨ ਭਾਵਨਾ ਇਹਨਾਂ ਸੰਘਰਸ਼ੀਆਂ ਵਿੱਚ ਸੀ. How can their memory ever die? ਉਹਨਾਂ ਦੀ ਯਾਦ ਕਿਵੇਂ ਭੁਲਾਈ ਜਾ ਸਕਦੀ ਹੈ? The entire nation will always be proud of them. ਪੂਰੇ ਰਾਸ਼ਟਰ ਨੂੰ, ਪੂਰੇ ਦੇਸ਼ ਨੂੰ ਉਹਨਾਂ ਤੇ ਹਮੇਸ਼ਾ ਮਾਣ ਰਹੂਗਾ. We bow our heads to these great martyrs who laid down their lives in courage and glory. ਜਦ ਇੱਕ ਵਰਡ ਯੂਜ਼ ਹੋਇਆ ਮਾਰਟੀਅਰਸ, ਮਾਰਟੀਅਰਸ ਦਾ ਅਰਥ ਹੁੰਦਾ ਸ਼ਹੀਦਾਂ. ਅਸੀਂ ਆਪਣਾ ਸਿਰ ਇਹਨਾਂ ਸ਼ਹੀਦਾਂ ਅੱਗੇ ਝੁਕਾਉਂਦੇ ਹਾਂ ਜਿਨ੍ਹਾਂ ਨੇ ਦੇਸ਼ ਦੇ ਗੌਰਵ ਦੇ ਖਾਤਰ ਆਪਣੀ ਜਾਨ ਕੁਰਬਾਨ ਕੀਤੀ. ਪਿਆਰੇ ਵਿਦਿਆਰਥੀਓ, ਇਹ ਸੀਗਾ ਪਾਠ ਗਲਿੰਪਸ ਫॉर ਹਿਸਟਰੀ. ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਠ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ. ਹੁਣ ਅਸੀਂ ਕਰਦੇ ਹਾਂ ਇਸ ਦੇ ਕੁਐਸਚਨ ਆਨਸਰਸ, ਜਿਸ ਵਿੱਚ ਸਭ ਤੋਂ ਪਹਿਲਾਂ ਵਿਚ ਵਾਸ ਨਾਟ ਐਨ ਆਰਡੀਨਰੀ ਈਅਰ, ਕਿਹੜਾ ਸਾਲ ਇੱਕ ਸਧਾਰਨ ਸਾਲ ਨਹੀਂ ਸੀ. ਦ ਈਅਰ 1857 ਵਾਸ ਨਾਟ ਐਨ ਆਰਡੀਨਰੀ ਈਅਰ, 1857 ਦਾ ਸਾਲ ਇੱਕ ਸਧਾਰਨ ਸਾਲ ਨਹੀਂ ਸੀ. ਹੂ ਵਰ ਐਂਗਰੀ ਵਿਦ ਦ ਬ੍ਰਿਟਿਸ਼ ਰੂਲ, ਅੰਗਰੇਜ਼ ਹਕੂਮਤ ਤੋਂ ਕੌਣ ਨਾਰਾਜ਼ ਸਨ. ਦ ਪੀਪਲ ਆਫ ਇੰਡੀਆ ਵਰ ਐਂਗਰੀ ਵਿਦ ਦ ਬ੍ਰਿਟਿਸ਼ ਰੂਲ, ਭਾਰਤ ਦੇ ਲੋਕ ਅੰਗਰੇਜ਼ੀ ਹਕੂਮਤ ਤੋਂ ਨਾਰਾਜ਼ ਸਨ. What did the people of India want? ਭਾਰਤ ਦੇ ਲੋਕ ਕੀ ਚਾਹੁੰਦੇ ਸਨ. The people of India wanted to attain independence. ਉਹ ਆਜ਼ਾਦੀ ਚਾਹੁੰਦੇ ਸਨ. Where was ਸਤਿਗੁਰੂ ਸ਼੍ਰੀ ਰਾਮ ਸਿੰਘ ਜੀ born? ਸਤਿਗੁਰੂ ਸ਼੍ਰੀ ਰਾਮ ਸਿੰਘ ਜੀ ਦਾ ਜਨਮ ਕਿੱਥੇ ਹੋਇਆ? He was born in ਭੈਣੀ ਸਾਹਿਬ. ਉਹਨਾਂ ਦਾ ਜਨਮ ਭੈਣੀ ਸਾਹਿਬ ਵਿਖੇ ਹੋਇਆ. Who was the in charge of the town? ਉਸ ਟਾਊਨ ਦਾ, ਉਸ ਕਸਬੇ ਦਾ ਜਾਂ ਉਸ ਸ਼ਹਿਰ ਦਾ ਇੰਚਾਰਜ ਕੌਣ ਸੀ? ਮਲੇਰਕੋਟਲੇ ਦਾ ਇੰਚਾਰਜ ਕੌਣ ਸੀ? ਮਿਸਟਰ ਕੋਵਨ ਵਾਸ ਦਾ ਇੰਚਾਰਜ ਆਫ ਦਾ ਟਾਊਨ. Who sacrificed their lives and why? ਕਿੰਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਤੇ ਕਿਉਂ? ਕੂਕਾ ਸਿੱਖਸ sacrificed their lives for freedom. ਕੂਕੇ ਸਿੱਖਾਂ ਨੇ ਆਪਣੀ ਲਾਈਫ ਕੁਰਬਾਨ ਕੀਤੀ ਆਜ਼ਾਦੀ ਦੇ ਲਈ. ਇਸ ਤੋਂ ਬਾਅਦ ਮੇਕ ਸੈਂਟੈਂਸਸ. ਹਿਸਟਰੀ, ਹਿਸਟਰੀ ਦਾ ਅਰਥ ਹੁੰਦਾ ਇਤਿਹਾਸ. I studied history in school. ਮੈਂ ਸਕੂਲ ਵਿੱਚ ਇਤਿਹਾਸ ਪੜ੍ਹਿਆ. Officer, ਅਫਸਰ. Mr. Coven was a British officer. Rulers, ਸ਼ਾਸਕ. British rulers ruled in India. Freedom, आज़ादी. We got freedom in 1947. Powerful, ताकतवर. British rulers were very powerful. Nation, राष्ट्र. India is a great nation. भारत एक महान देश है. इस तो बाद है true or false. 1857 was not an ordinary year. True. True ਦਾ ਮਤਲਬ ਹੁੰਦਾ ਠੀਕ. The British government was not very powerful. ਤੇ false ਹੈ ਕਿਉਂਕਿ British government was very powerful. 66 Kuka Sikhs surrendered themselves. ਤੇ ਬਿਲਕੁਲ true ਹੈ. Mr. Coven was an Indian officer. ਤੇ false ਹੈ ਕਿਉਂਕਿ ਉਹ ਇੱਕ British officer ਸੀ. ਵਰਿਆਮ ਸਿੰਘ collected some pebbles, stood upon them and challenged the Britishers to fire. ਤੇ ਇਹ ਬਿਲਕੁਲ true ਹੈ. ਇਸ ਤੋਂ ਬਾਅਦ ਹੈ categorize the following festivals into national and religious. ਕਿਹੜੇ ਨੈਸ਼ਨਲ ਫੈਸਟੀਵਲਸ ਨੇ, ਕਿਹੜੇ ਰਿਲੀਜੀਅਸ ਫੈਸਟੀਵਲਸ ਨੇ ਤੇ ਉਹਨਾਂ ਨੂੰ ਅਸੀਂ ਥੱਲੇ ਲਿਖਣਾ ਹੈ ਤੇ ਸਾਨੂੰ ਟੇਬਲ ਵਿੱਚ ਫੈਸਟੀਵਲਸ ਉਹ ਦਿੱਤੇ ਗਏ ਹਨ. ਤੇ ਨੈਸ਼ਨਲ ਫੈਸਟੀਵਲਸ ਨੇ ਇੰਡੀਪੈਂਡੈਂਸ ਡੇ, ਰਿਪਬਲਿਕ ਡੇ, ਗਾਂਧੀ ਜਯੰਤੀ. ਤੇ ਰਿਲੀਜੀਅਸ ਫੈਸਟੀਵਲਸ ਨੇ ਓਨਾਮ, ਹੋਲੀ, ਦੁਸ਼ਹਿਰਾ, ਵਿਸਾਖੀ, ਕ੍ਰਿਸਮਸ ਡੇ, ਈਦ, ਦੀਵਾਲੀ, ਰਾਖੀ ਅਤੇ ਲੋਹੜੀ. ਇਸ ਤੋਂ ਬਾਅਦ ਮੈਚ ਦਾ ਸਿਨੋਨਿਮਸ. ਸਿਨੋਨਿਮਸ ਹੁੰਦਾ ਸੇਮ ਮੀਨਿੰਗ ਵਾਲੇ ਸ਼ਬਦ, ਇੱਕੋ ਹੀ ਅਰਥ ਵਾਲੇ ਸ਼ਬਦ. ਡੇਲੀ ਦਾ ਅਰਥ ਹੋ ਗਿਆ ਐਵਰੀਡੇ. ਇੰਪੋਰਟੈਂਟ, ਐਸੈਂਸ਼ੀਅਲ. ਸਿੰਬਲ, ਸਾਈਨ. ਗੈਟ ਦਾ ਅਰਥ ਹੋ ਗਿਆ ਓਬਟੇਨ, ਹਾਈਡ, ਕੌਨਸੀਲ. ਇਰਰੈਲੀਵੈਂਟ, ਯੂਜ਼ਲੈਸ. ਇਸ ਤੋਂ ਬਾਅਦ ਮੈਚ ਦਾ ਐਂਟੋਨਿਮਸ. ਵੀ ਆਪੋਜ਼ਿਟ, ਵਿਰੋਧੀ ਸ਼ਬਦਾਂ ਨੂੰ ਅਸੀਂ ਮੈਚ ਕਰਨਾ ਹੈ. ਆਰਡੀਨਰੀ, ਸਪੈਸ਼ਲ. discourage, encourage. complete, incomplete. start, finish. present, absent. happy, unhappy. ਇਸ ਤੋਂ ਬਾਅਦ ਲੈਂਗੁਏਜ ਕਾਰਨਰ, ਗ੍ਰਾਮਰ. ਤੇ ਹੁਣ ਅਸੀਂ ਕੁਝ ਸੈਂਟੈਂਸਸ ਦੇਖਦੇ ਹਾਂ. ਨੇਹਾ ਸਿੰਗਸ ਸਵੀਟਲੀ. it rains heavily. Words that tell us more about verbs are adverbs. Words sweetly and heavily are adverbs.
ਜਿਹੜੇ ਸ਼ਬਦ ਸਾਨੂੰ ਕ੍ਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਸ਼ਬਦਾਂ ਨੂੰ ਕ੍ਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਤੇ ਇੱਥੇ ਜਿਹੜੇ ਸ਼ਬਦ ਨੇ ਸਵੀਟਲੀ ਅਤੇ ਹੈਵੀਲੀ ਉਹ ਐਡਵਰਬਸ ਹਨ, ਉਹ ਕ੍ਰਿਆ ਵਿਸ਼ੇਸ਼ਣ ਹਨ। ਤੇ ਜਨਰਲੀ ਕ੍ਰਿਆ ਵਿਸ਼ੇਸ਼ਣ ਨੇ ਜਿਹੜੇ ਐਡਵਰਬਸ ਨੇ ਉਹ ly ਨਾਲ ਐਂਡ ਹੁੰਦੇ ਹਨ। ਤੇ ਇਸੇ ਤਰ੍ਹਾਂ ਦੀ ਸਾਡੀ ਐਕਸਰਸਾਈਜ਼ ਹੈ, ਚੇਂਜ ਦਾ ਫੋਲੋਇੰਗ ਐਡਜੈਕਟਿਵਸ ਇਨਟੂ ਐਡਵਰਬਸ। ਨੀਟ ਦਾ ਹੋ ਜਾਏਗਾ ਨੀਟਲੀ, ਬਰੇਵ ਬਰੇਵਲੀ, ਈਜ਼ੀ ਈਜ਼ੀਲੀ। ਤੇ ਇਸ ਵਿੱਚ ਅਸੀਂ y ਹਟਾ ਕੇ ILY ਉਹ ਐਡ ਕਰਨਾ ਹੈ। फाइनल फाइनली, स्लो स्लोली, सॉफ्ट सॉफ्टली, ब्राइट ब्राइटली, केयरफुल केयरफुली, काइंड काइंडली, हैप्पी हैप्पीली। तो इस गल का ध्यान रखना जो एंड में वाई आ जाए तो ILY ऐड करना, तो वैसे सिर्फ LY तुसी ऐड करना। तो इस तो बाद फिल इन द ब्लैंक्स विद करैक्ट एडवर्ब। तो हुण सानू पता लग गया कि एडवर्ब्स ने जिहड़े LY तो खत्म होंदे ने, तो असीं ओ वाला वर्ड सिलेक्ट करना है। द टॉर्टोइस मूव्ड स्लोली, द सन शाइन्स वेरी ब्राइटली, द चिल्ड्रन आर प्लेइंग हैप्पीली, they won the dance competition easily, Meena knocks the door softly, always cross the road carefully, Neeru writes neatly। साडी अगली एक्सरसाइज है, फ्रॉम each sentence write the verb and adverb that describes the verb in the space provided। कि ਹੇਠ ਦਿੱਤੇ ਵਾਕਾਂ ਵਿੱਚੋਂ ਵਿਸ਼ੇਸ਼ਣ ਅਤੇ क्रिया ਵਿਸ਼ੇਸ਼ਣ ਨੂੰ ਚੁਣੋ ਤੇ ਉਸ ਨੂੰ ਟੇਬਲ ਵਿੱਚ ਲਿਖੋ। The tortoise walks slowly, ਤੇ walks ਹੋ ਗਿਆ verb ਤੇ slowly ਹੋ ਗਿਆ adverb। The mason builds a wall skillfully, mason ਹੁੰਦਾ ਹੈ ਰਾਜ ਮਿਸਤਰੀ, ਤੇ builds ਹੋ ਗਿਆ verb ਤੇ skillfully ਹੋ ਗਿਆ adverb। We can solve the sums quickly, ਤੇ solve ਹੋ ਗਿਆ verb ਤੇ quickly ਹੋ ਗਿਆ adverb। Tommy and Gimme sing happily, ਤੇ sing ਹੋ ਗਿਆ verb ਤੇ happily ਹੋ ਗਿਆ adverb। My grandmother speaks softly, speaks ਹੋ ਗਿਆ verb ਤੇ softly ਹੋ ਗਿਆ adverb। ਤੇ ਇਸ ਤੋਂ ਬਾਅਦ take the correct words using simple present tense form of the verb। ਤੇ ਸਾਨੂੰ ਸੈਂਟੈਂਸ ਵਿੱਚ ਨਾ ਮੀਨਸ ਕਿ ਦੋ ਸ਼ਬਦ ਦਿੱਤੇ ਗਏ ਹਨ ਤੇ ਦੋ ਵਿੱਚੋਂ ਅਸੀਂ ਕੋਈ ਵੀ ਇੱਕ ਹੈ ਜਿਹੜਾ ਠੀਕ ਹੈ ਉਹ ਚੂਜ਼ ਕਰਨਾ ਹੈ। ਤੇ ਜਿਹੜਾ ਟੈਂਸ ਹੈ ਉਹ ਯੂਜ਼ ਅਸੀਂ ਕਰਨਾ ਸਿੰਪਲ ਪ੍ਰੈਜ਼ੈਂਟ ਟੈਂਸ। ਤੇ ਇਸ ਦਾ ਰੂਲ ਕੀ ਹੁੰਦਾ ਹੈ, ਹੀ ਸ਼ੀ ਇਟ ਅਤੇ ਸਿੰਗੂਲਰ ਦੇ ਨਾਲ ਫਸਟ ਫਾਰਮ ਆਫ ਦਾ ਵਰਬ ਦੇ ਨਾਲ ਐਸੀਆਂ ES ਲੱਗਦਾ ਹੈ, ਅਤੇ I we you ਦੇ ਜਾਂ ਪਲੂਰਲ ਜੇ ਇੱਕ ਤੋਂ ਵੱਧ ਹੋਏ ਨਾਉਨ ਤੇ ਫਿਰ ਲੱਗੂਗਾ ਸਿਰਫ ਫਸਟ ਫਾਰਮ, ਉਸ ਸਮੇਂ ਐਸੀਆਂ ES ਨਹੀਂ ਲੱਗੂਗਾ। ਜਿਵੇਂ ਬਰਡਸ ਫਲਾਈ ਇਨ ਦ ਸਕਾਈ, ਤੇ ਇੱਕ ਤੋਂ ਵੱਧ ਨੇ ਤੇ IES ਨਹੀਂ ਲੱਗੂਗਾ ਤੇ ਸਿਰਫ ਫਲਾਈ ਲੱਗੂਗਾ, ਬਰਡਸ ਫਲਾਈ ਇਨ ਦ ਸਕਾਈ। ਦ ਬੇਬੀ ਕਰਾਈਜ਼ ਫॉर ਮਿਲਕ, ਤੇ ਬੇਬੀ ਸਿੰਗੂਲਰ ਹੈ ਮੀਨਸ ਕਿ ਇੱਕ ਵਚਨ ਹੈ ਤੇ ਕਰਾਈਜ਼ ਫॉर ਮਿਲਕ। ਮੋਨੂ ਲਵਸ ਚੋਕਲੇਟਸ, ਤੇ ਮੋਨੂ ਵੀ ਸਿੰਗੂਲਰ ਹੈ ਤੇ ਇਸ ਕਰਕੇ ਆ ਜਾਊਗਾ ਲਵਸ। ਆਰ ਸਕੂਲ ਓਪਨਸ ਐਟ 9 o'clock, ਸਕੂਲ ਵੀ ਸਿੰਗੂਲਰ ਹੈ। ਦ ਟੀਚਰ ਟੀਚਿਸ ਅਸ ਇੰਗਲਿਸ਼। ਮਾਈ ਫਰੈਂਡ ਰਾਈਟਸ ਪੋਮਸ, ਦੇ ਗਰੋ ਫਰੂਟਸ। ਕਿਉਂਕਿ ਦੇ ਪਲੂਰਲ ਹੈ, ਇੱਕ ਤੋਂ ਵੱਧ ਹੈ, ਬਹੁਵਚਨ ਹੈ ਤੇ ਇਸ ਕਰਕੇ ਆਊਗਾ ਗਰੋ। ਵੀ ਇੰਜੋਏ ਪਲੇਇੰਗ ਕਾਰਡਸ, ਆਈ ਈਟ ਫਰੈਸ਼ ਫੂਡਸ, ਤੇ ਆਈ ਦੇ ਨਾਲ ਵੀ ਫਸਟ ਫਾਰਮ ਆਫ ਦਾ ਵਰਬ ਲੱਗਦੀ ਹੈ, S+ES ਨਹੀਂ ਲੱਗਦਾ। ਦ ਬॉयਜ਼ ਸਿੰਗ ਵੈਲ, ਇੱਕ ਤੋਂ ਵੱਧ ਹੈ ਇਸ ਕਰਕੇ ਆਊਗਾ ਸਿੰਗ। ਇਸ ਤੋਂ ਬਾਅਦ ਹੈ ਫਿਲ ਇਨ ਦ ਬਲੈਂਕ ਵਿਦ ਸੁਟੇਬਲ ਪ੍ਰੈਪੋਜੀਸ਼ਨਸ। ਮਾਈ ਅੰਕਲ ਨੌਕਡ ਐਟ ਦ ਡੋਰ, ਰੋਹਨ ਜੰਪਡ ਇਨਟੂ ਦ ਪੌਂਡ, we will meet you on Monday, they will watch the show at 7 p.m, he was absent from school, I do not agree with you। ਇਸ ਤੋਂ ਬਾਅਦ ਪੰਚੁਏਟ ਦ ਫੋਲੋਇੰਗ ਸੈਂਟੈਂਸਸ। ਮੀਨੂ ਇਜ਼ ਮਾਈ ਬੈਸਟ ਫਰੈਂਡ, ਤੇ ਇਸ ਵਿੱਚ M ਕੈਪੀਟਲ ਆ ਜਾਊਗਾ ਮੀਨੂ ਦਾ, ਤੇ ਬੈਸਟ ਫਰੈਂਡ ਤੋਂ ਬਾਅਦ ਆ ਜਾਊਗਾ ਫੁੱਲ ਸਟਾਪ। ਰੇਨੂ, ਰੇਨੂ ਦਾ R ਕੈਪੀਟਲ, ਕੌਮਾ ਰਵੀ, ਰਵੀ ਦਾ ਵੀ R ਕੈਪੀਟਲ, ਕੌਮਾ ਮਨੂ, ਮਨੂ ਦਾ M ਕੈਪੀਟਲ, ਐਂਡ ਅਮਨ, ਅਮਨ ਦਾ A ਕੈਪੀਟਲ। ਆਰ ਮਾਈ ਕਲਾਸਮੇਟਸ, ਤੇ ਕਲਾਸਮੇਟਸ ਤੋਂ ਬਾਅਦ ਆ ਜਾਊਗਾ ਫੁੱਲ ਸਟਾਪ। He said to me, ਇਸ ਵਿੱਚ H ਕੈਪੀਟਲ, ਉਸ ਤੋਂ ਬਾਅਦ ਕੌਮਾ ਇਨਵਰਟਿਡ ਕੌਮਾ, I love my India, ਉਸ ਤੋਂ ਬਾਅਦ ਫੁੱਲ ਸਟਾਪ ਇਨਵਰਟਿਡ ਕੌਮਾ ਬੰਦ। Where are you going, ਇਸ ਵਿੱਚ W ਕੈਪੀਟਲ ਆ ਜਾਊਗਾ, ਗੋਇੰਗ ਤੋਂ ਬਾਅਦ ਆ ਜਾਊਗਾ ਕੁਐਸਚਨ ਮਾਰਕ। How beautiful the picture is, ਇਸ ਵਿੱਚ H ਕੈਪੀਟਲ ਆ ਜਾਊਗਾ ਤੇ ਐਂਡ ਵਿੱਚ ਆ ਜਾਊਗਾ ਐਕਸਕਲੇਮੇਸ਼ਨ ਮਾਰਕ, ਕਿਉਂਕਿ ਹੈਰਾਨੀ ਨਾਲ ਹੈ ਕਿਹਾ ਜਾ ਰਿਹਾ। ਇਸ ਤੋਂ ਬਾਅਦ ਰੀਰਾਈਟ ਦ ਫੋਲੋਇੰਗ ਸੈਂਟੈਂਸਸ ਰਿਪਲੇਸਿੰਗ ਨਾउन्स wherever possible with pronouns given in the brackets। ਕਿ ਹੇਠ ਲਿਖੇ ਵਾਕਾਂ ਵਿੱਚ ਜਿਹੜੇ ਵੀ ਨਾउन ਸ਼ਬਦ ਹਨ ਤੇ ਉਹਨਾਂ ਨੂੰ ਪ੍ਰੋਨਾउंस ਨਾਲ ਰਿਪਲੇਸ ਕਰੋ ਤੇ ਪ੍ਰੋਨਾउन ਬ੍ਰੈਕਟ ਵਿੱਚ ਦਿੱਤੇ ਗਏ ਹਨ। ਰਾਜੂ ਇਜ਼ ਅ ਸ਼ਾਪਕੀਪਰ, ਹੀ ਸੈਲਸ ਟੋਇਸ, ਤੇ ਇਸ ਵਿੱਚ ਦੂਜੇ ਵਾਲੇ ਰਾਜੂ ਦੇ ਬਦਲੇ ਆ ਜਾਊਗਾ ਹੀ। ਹੀਨਾ is an expert dancer, she is dancing, human beings are living, they breathe air, the mangoes look dry, they were sour, the Indian team arrived in England, it won the match। ਇਸ ਤੋਂ ਬਾਅਦ ਰੀਡ ਦਾ ਫੋਲੋਇੰਗ ਸੈਂਟੈਂਸਸ। ਕਿ ਹੁਣ ਅਸੀਂ ਨਾ ਮੀਨਸ ਕਿ ਇੱਕੋ ਜਿਹੇ ਸ਼ਬਦ ਨੇ ਉਹ ਪੜਾਂਗੇ
ਤੇ ਉਹ ਉਹਨਾਂ ਦੀ ਸਾਊਂਡ ਤਾਂ ਇੱਕੋ ਜਿਹੀ ਹੈ, ਬਟ ਉਹਨਾਂ ਦੀ ਸਪੈਲਿੰਗ ਅਤੇ ਉਹਨਾਂ ਦੇ ਅਰਥ ਨੇ ਉਹ ਅਲੱਗ-ਅਲੱਗ ਨੇ। ਮਾਈ ਸਨ ਕੈਨੋਟ ਸਿਟ ਇਨ ਦਾ ਸਨ, ਤੇ SON ਸਨ ਹੋ ਗਿਆ ਪੁੱਤਰ, SUN ਹੋ ਗਿਆ ਸੂਰਜ। ਹੀ ਕੈਨ ਰਾਈਟ ਦਾ ਰਾਈਟ ਆਂਸਰ, ਤੇ WRITE ਦਾ ਅਰਥ ਹੋ ਗਿਆ ਲਿਖਣਾ, ਤੇ RIGHT ਦਾ ਅਰਥ ਹੋ ਗਿਆ ਸਹੀ। ਸੈਂਡ ਦਾ ਮੇਲ ਟੂ ਦਾ ਮੇਲ ਮੈਂਬਰਸ, ਤੇ MAIL ਮੇਲ ਹੋ ਗਿਆ ਸਨੇਹਾ, ਤੇ MALE ਦਾ ਅਰਥ ਹੋ ਗਿਆ ਪੁਰਸ਼ ਮਰਦ। ਆਈ ਵਿਸ਼ ਟੂ ਸੀ ਦਾ ਸੀ, SEEC ਹੋ ਗਿਆ ਦੇਖਣਾ, SESC ਹੋ ਗਿਆ ਸਮੁੰਦਰ। ਹੀ ਮੇ ਨੋਟ ਦਾ ਟਾਈ, ਤੇ NOT ਨੋਟ ਦਾ ਮਤਲਬ ਹੋ ਗਿਆ ਨਹੀਂ, ਤੇ KNOT ਦਾ ਅਰਥ ਹੋ ਗਿਆ ਗੰਢ ਜਾਂ ਬੰਨਣਾ। ਹੀ ਵੁੱਡ ਬਾਏ ਵੁੱਡ ਫਰੋਮ ਮੀ ਐਵਰੀ ਡੇ, WOULD ਵੁੱਡ ਹੋ ਗਿਆ ਚਾਹੂਗਾ, WOOD ਵੁੱਡ ਦਾ ਅਰਥ ਹੋ ਗਿਆ ਲੱਕੜ। ਪੁੱਟ ਦਾ ਹੋਲ ਪਾਈਪ ਇਨ ਦਾ ਹੋਲ, ਤੇ WHOLE ਹੋਲ ਦਾ ਅਰਥ ਹੋ ਗਿਆ ਪੂਰੀ, HOLE ਹੋਲ ਦਾ ਅਰਥ ਹੋ ਗਿਆ ਸ਼ੇਕ। Our team has an R only, OUR ਦਾ ਅਰਥ ਹੋ ਗਿਆ ਸਾਡੀ, HOUR ਦਾ ਅਰਥ ਹੋ ਗਿਆ ਘੰਟਾ। We will go to 2 places, ਤੇ TO2 ਦਾ ਅਰਥ ਹੋ ਗਿਆ ਵੱਲ, ਤੇ TWO2 ਦਾ ਅਰਥ ਹੋ ਗਿਆ ਦੋ। They will stay in an inn, ਤੇ IN ਦਾ ਅਰਥ ਹੋ ਗਿਆ ਵਿੱਚ, ਤੇ INN ਦਾ ਅਰਥ ਹੋ ਗਿਆ ਸਰਾਂ। ਤੇ ਇਸ ਤੋਂ ਬਾਅਦ ਲੈਟਸ ਰਾਈਟ। ਇਮੈਜਿਨ ਯੂ ਆਰ ਮਨਜੀਤ, your address is house number 104 phase 7 Mohali, your birthday falls on this date, draft an invitation for your friend Jaspreet to invite him or her on your birthday party। ਤੇ ਹੁਣ ਤੁਸੀਂ ਇਨਵੀਟੇਸ਼ਨ ਕਿਸ ਤਰ੍ਹਾਂ ਲਿਖਣੀ ਹੁੰਦੀ ਹੈ ਕਿ ਪਹਿਲਾਂ ਡੇਟ, ਕਿ ਜਿਸ ਡੇਟ ਨੂੰ ਪਾਰਟੀ ਹੋਏ ਉਹ ਡੇਟ ਲਿਖਣੀ ਹੈ, ਜਿਸ ਸਮੇਂ ਪਾਰਟੀ ਹੋਏ ਉਸ ਸਮਾਂ ਲਿਖਣਾ, ਤੇ ਵੈਨਿਊ ਜਿਸ ਥਾਂ ਤੇ ਪਾਰਟੀ ਹੋਏ ਉਹ ਵੈਨਿਊ ਲਿਖਣਾ। ਫਿਰ ਡੀਅਰ ਜਸਪ੍ਰੀਤ, you are invited to attend my birthday party, we will have great fun, ਤੇ ਥੱਲੇ ਆਪਣਾ ਨਾਂ ਲਿਖਣਾ। ਵੈਲਿਊ ਆਈ ਲਰਨ, ਤੇ ਇਸ ਪਾਰਟ ਵਿੱਚ ਅਸੀਂ ਕੀ ਸਿੱਖੇ? ਵੀ ਸ਼ੁੱਡ ਸਰਵ ਆਰ ਕੰਟਰੀ ਵਿਦ ਫੁੱਲ ਡਿਵੋਸ਼ਨ ਐਂਡ ਰਿਸਪੈਕਟ ਆਰ ਫਰੀडम ਫਾਈਟਰਸ, ਤੇ ਸਾਨੂੰ ਪੂਰੀ ਸ਼ਰਧਾ ਦੇ ਨਾਲ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਐਕਟੀਵਿਟੀ, ਫਾਈਂਡ ਦਾ ਗਿਵਨ ਕੁਆਲਿਟੀਜ਼ ਫਰੋਮ ਦਾ ਗ੍ਰਿਡ, ਤੇ ਸਾਨੂੰ ਕੁਆਲਿਟੀਜ਼ ਚੰਗੇ ਗੁਣ ਦਿੱਤੇ ਗਏ ਹਨ, ਤੇ ਅਸੀਂ ਉਹਨਾਂ ਸ਼ਬਦਾਂ ਨੂੰ ਇਸ ਟੇਬਲ ਵਿੱਚੋਂ ਲੱਭਣਾ ਹੈ, ਤੇ ਵਰਡਸ ਨੂੰ ਅਸੀਂ ਲੱਭ ਕੇ ਮਾਰਕ ਕਰ ਚੁੱਕੇ ਹਾਂ, ਤੇ ਆਪ ਸਾਰੇ ਵਿਦਿਆਰਥੀ ਵੀ ਆਪਣੀ ਆਪਣੀ ਬੁੱਕਸ ਵਿੱਚ, ਆਪਣੀ ਆਪਣੀ ਕਿਤਾਬਾਂ ਵਿੱਚ ਇਸ ਨੂੰ ਨੋਟ ਕਰ ਸਕਦੇ ਹੋ। ਤੇ ਇਸ ਤੋਂ ਬਾਅਦ ਡਰਾ ਔਰ ਕਲਰ ਆਰ ਨੈਸ਼ਨਲ ਫਲੈਗ ਐਂਡ ਰਾਈਟ ਇਟਸ ਨੇਮ, ਤੇ ਇੱਥੇ ਤੁਸੀਂ ਤਿਰੰਗਾ ਝੰਡਾ ਬਣਾਉਣਾ, ਤੇ ਇਸ ਦਾ ਨਾਂ ਕੀ ਲਿਖੋਗੇ? ਤੁਸੀਂ ਲਿਖ ਸਕਦੇ ਹੋ ਟਰਾਈ ਕਲਰ, ਤੇ ਪੰਜਾਬੀ ਵਿੱਚ ਅਸੀਂ ਕਹਿੰਦੇ ਤਿਰੰਗਾ ਝੰਡਾ, ਤੇ ਇੰਗਲਿਸ਼ ਵਿੱਚ ਟਰਾਈ ਕਲਰ। ਥਿੰਕ ਓਵਰ ਇਟ, ਇਸ ਬਾਰੇ ਸੋਚੋ। ਹਿਸਟਰੀ ਇਜ਼ ਐਸੈਂਸ਼ੀਅਲ ਟੂ ਦਾ ਨੇਸ਼ਨ ਐਂਡ ਇਟਸ ਸਿਟੀਜ਼ਨ। ਵਿਦਾਊਟ ਰੀਡਿੰਗ ਹਿਸਟਰੀ ਵੀ ਵਿਲ ਨਾਟ ਨੋ ਅਬਾਊਟ ਆਰ ਹੀਰੋਜ਼ ਐਂਡ ਦੇਅਰ ਹੀਰੋਇਕ ਡੀਡਸ। ਵੀ ਹਿਸਟਰੀ ਪੜ੍ਹਨਾ, ਇਤਿਹਾਸ ਪੜ੍ਹਨਾ ਦੇਸ਼ ਦੇ ਲੋਕਾਂ ਦੇ ਲਈ ਬਹੁਤ ਜ਼ਰੂਰੀ ਹੈ, ਤੇ ਇਤਿਹਾਸ ਪੜ੍ਹੇ ਬਿਨਾਂ ਸਾਨੂੰ ਆਪਣੇ ਦੇਸ਼ ਦੇ ਹੀਰੋ ਅਤੇ ਉਹਨਾਂ ਦੇ ਬਹਾਦਰੀ ਦੇ ਕੰਮਾਂ ਦੇ ਬਾਰੇ ਪਤਾ ਨਹੀਂ ਲੱਗੂਗਾ।